ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਗੁਰਪ੍ਰੀਤ ਕੌਰ, ਪੰਜਾਬੀ ਐਸੋਸੀਏਟ ਪ੍ਰੋਫੈਸਰ, DAV ਕਾਲਜ ਪੇਵਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਅੱਜ ਅਸੀਂ ਵਿਸ਼ਵ ਪੱਧਰ ਤੇ ਇੱਕ ਸੰਕਟ ਦੀ ਘੜੀ ਵਿੱਚੋਂ ਗੁਜ਼ਰ ਰਹੇ ਹਾਂ, ਜਿਸ ਸਦਕਾ ਬਹੁਤ ਕੁਝ ਉਹ ਸਾਹਮਣੇ ਆ ਰਿਹਾ ਹੈ ਜਿਸ ਬਾਰੇ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਮਨੁੱਖੀ ਸੁਭਾਅ ਨੂੰ ਸਦਾ ਤੋਂ ਹੀ ਡਰ ਹੈ ਕਿ ਉਹ ਆਪਣੇ ਆਪ ਨੂੰ ਹਾਲਾਤ ਦੇ ਮੁਤਾਬਕ ਢਾਲ ਲੈਂਦਾ ਹੈ, ਤੇ ਇਹੀ ਅਸੀਂ ਸਿੱਖਿਆ ਦੇ ਖੇਤਰ ਵਿੱਚ ਵੀ ਆਪਣੇ ਆਪ ਨੂੰ ਢਾਲਣ ਦਾ ਯਤਨ ਕਰ ਰਹੇ ਹਾਂ। ਆਨਲਾਈਨ ਲੈਕਚਰ ਦੀ ਇਸ ਕੜੀ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਰਚਨਾ ਦ੍ਰਿਸ਼ਟੀ ਤੇ ਪੰਜਾਬੀ ਸਾਹਿਤ ਵਿੱਚ ਉਹਨਾਂ ਦੇ ਬਣਦੇ ਸਥਾਨ ਬਾਰੇ ਕੁਝ ਜਾਣਕਾਰੀ ਸਾਂਝਾ ਕਰਾਂਗੇ। BA ਪਾਕ ਤੀਜਾ ਦੀ ਕਾਵਿ ਪੁਸਤਕ ਕਾਵਿ ਜੋਤਾਂ ਵਿਚਲੇ ਪਹਿਲੇ ਕਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ। ਗੁਰੂ ਨਾਨਕ ਦੇਵ ਜੀ ਇੱਕ ਉੱਚੀ ਸੁੱਚੀ ਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਦੁਨੀਆ ਦੇ ਉਹਨਾਂ ਚੋਵੇਂ ਮਹਾਂਪੁਰਖਾਂ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਹੈ ਜਿਨ੍ਹਾਂ ਨੇ ਮਨੁੱਖੀ ਜਾਤ ਨੂੰ ਪਿਆਰ, ਏਕੇ ਤੇ ਸ਼ਾਂਤੀ ਦਾ ਪਾਠ ਪੜ੍ਹਾਇਆ। ਉਹ ਇੱਕ ਮਹਾਨ ਚਿੰਤਕ, ਸਮਾਜ ਸੁਧਾਰਕ, ਨਿਪੁੰਨ ਕਲਾਕਾਰ, ਅਣਥੱਕ ਸੈਲਾਨੀ ਹੀ ਨਹੀਂ ਸਗੋਂ ਇੱਕ ਵਿਦਰੋਹੀ ਪੁਰਸ਼ ਤੇ ਮੰਨੇ ਹੋਏ ਸ਼ਾਇਰ ਵੀ ਸਨ। ਮੁਗਲ ਕਾਲ ਦੇ ਸਭ ਤੋਂ ਵੱਡੇ ਸਾਹਿਤਕਾਰ ਉਹ ਮੰਨੇ ਗਏ। ਇਸੇ ਕਰਕੇ ਉਹਨਾਂ ਦਾ ਕਾਲ, ਉਹਨਾਂ ਦੇ ਨਾਂ ਨਾਨਕ ਕਾਲ ਤੋਂ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਪੰਜਾਬੀ ਦੇ ਪਹਿਲੇ ਮਹਾਨ ਉਸਰਈਏ ਹਨ। ਉਹਨਾਂ ਨਾਲ ਪੰਜਾਬੀ ਸਾਹਿਤ ਦਾ ਨਵਾਂ ਯੁੱਗ ਆਰੰਭ ਹੁੰਦਾ ਹੈ। ਗੁਰੂ ਜੀ ਦੁਆਰਾ ਰਚਿਆ ਸਾਹਿਤ ਕੌਮ ਵਿੱਚ ਜਾਗ੍ਰਿਤੀ ਪੈਦਾ ਕਰਨ ਦਾ ਸਾਧਨ ਬਣਿਆ। ਆਪ ਜੀ ਦੁਆਰਾ ਰਚੀ ਬਾਣੀ ਭਾਵੇਂ ਅਧਿਆਤਮਵਾਦੀ ਹੈ, ਪਰ ਉਸ ਵਿਚਲੀ ਸਮਾਜਕਤਾ ਜਨ ਜਨ ਦਾ ਸਦਾ ਹੀ ਰਾਹ ਰੁਸ਼ਨਾਉਂਦੀ ਰਹੀ ਹੈ ਤੇ ਰਹੇਗੀ। ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ। ਗੁਰੂ ਨਾਨਕ ਦੇਵ ਜੀ ਦਾ ਆਗਮਨ ਜਦ ਇਸ ਸੰਸਾਰ ਵਿੱਚ ਹੋਇਆ, ਜਦੋਂ ਮਨੁੱਖੀ ਜਾਮੇ ਵਿੱਚ ਇਸ ਦੁਨਿਆਵੀ ਸੰਸਾਰ ਵਿੱਚ ਪ੍ਰਗਟ ਹੋਈ, ਤਾਂ ਉਸ ਵੇਲੇ ਚੁਫੇਰੇ ਕਿਸ ਤਰ੍ਹਾਂ ਦਾ ਮਾਹੌਲ ਸੀ, ਇਹ ਜਾਣਨਾ ਜ਼ਰੂਰੀ ਹੈ। ਜਿਵੇਂ ਦਾ ਹੁਣ ਤੱਕ ਅਸੀਂ ਪੜ੍ਹਦੇ ਸੁਣਦੇ ਆਏ ਹਾਂ, ਉਸ ਮੁਤਾਬਕ ਉਸ ਵੇਲੇ ਸਮਾਜ ਵਿੱਚ ਹਾਲਾਤ ਵੱਧ ਤੋਂ ਬੱਤਰ ਸਨ। ਸਮੁੱਚਾ ਭਾਰਤ ਉਸ ਵੇਲੇ ਅਧੋਗਤੀ ਦੀ ਅਵਸਥਾ ਵਿੱਚ ਵਿਚਰ ਰਿਹਾ ਸੀ। ਰਾਜਨੀਤਿਕ, ਸਮਾਜਿਕ, ਧਾਰਮਿਕ ਹਰ ਪੱਖੋਂ ਹੀ ਗਿਰਾਵਟ ਦੀ ਸਥਿਤੀ ਸੀ। ਧਰਮ ਦੇ ਠੇਕੇਦਾਰ ਲੋਕਾਂ ਨੂੰ ਅੰਧ ਵਿਸ਼ਵਾਸ ਦੀ ਦਲਦਲ ਵਿੱਚ ਫਸਾ ਰਹੇ ਸਨ। ਰਾਜੇ ਜ਼ਾਲਮ, ਦੁਰਾਚਾਰੀ ਤੇ ਭੋਗ ਵਿਲਾਸੀ ਹੋ ਚੁੱਕੇ ਸਨ। ਧਰਮ ਤਾਂ ਐਵੇਂ ਕਹਿਣ ਦੀਆਂ ਗੱਲਾਂ ਨੇ, ਜਾਪਦਾ ਹੈ ਜਿਵੇਂ ਖੰਭਲਾ ਉੱਡ ਚੁੱਕਾ ਸੀ। ਚੌਗਿਰਦੇ ਕੂੜ ਪਸਾਰਾ ਸੀ, ਪਰ ਇਸ ਦੇ ਖਿਲਾਫ ਭਾਵੇਂ ਜਿੰਨਾ ਮਰਜ਼ੀ ਕੁਝ ਉਸ ਵੇਲੇ ਮਾੜਾ ਵਾਪਰਿਆ ਸੀ, ਪਰ ਇਸ ਦੇ ਖਿਲਾਫ ਆਮ ਲੋਕਾਂ ਵਿੱਚੋਂ ਗੱਲ ਕਰਨ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ। ਪਰ ਅਜਿਹੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਬੁਲਵਾ। ਕਿੰਨਾ ਖੂਬਸੂਰਤ ਪ੍ਰਗਟਾਵਾ ਇਹਨਾਂ ਪੰਕਤੀਆਂ ਵਿੱਚ ਦਿੱਤਾ ਗਿਆ ਹੈ ਕਿ ਉਸ ਵੇਲੇ ਕਲਪਤ ਦੇਵੀ ਦੇਵਤੇ ਦੀ, ਪੰਡਤ ਮੁਲਾਣਿਆਂ ਦੀ, ਹਾਕਮ ਵਰਗ ਦੁਆਰਾ ਕੀਤੇ ਜਾ ਰਹੇ ਕੁਕਰਮਾਂ ਦੀ ਧੁੰਦ ਜਿਹੜੀ ਸੀ ਬਹੁਤ ਗਹਿਰੀ ਹੋ ਚੁੱਕੀ ਸੀ। ਕੁਝ ਨਜ਼ਰ ਹੀ ਨਹੀਂ ਸੀ ਪੈਂਦਾ। ਲੋਕ ਦਰ ਵੱਟ ਕੇ ਸਮਾਂ ਗੁਜ਼ਾਰ ਰਹੇ ਸਨ। ਮੁਸਲਮਾਨ ਜਰਵਾਣੇ ਵੱਖ-ਵੱਖ ਪਾਸਿਆਂ ਤੋਂ ਇੱਥੇ ਹਮਲਾ ਕਰਦੇ, ਇੱਥੋਂ ਦੀ ਧਨ ਦੌਲਤ ਹੀ ਨਹੀਂ ਸਨ ਲੁੱਟ ਰਹੇ, ਸਗੋਂ ਲੋਕਾਂ ਦੇ ਮਨਾਂ ਵਿਚਲੀ ਗੈਰਤ ਨੂੰ ਵੀ ਉਹ ਖਤਮ ਕਰ ਰਹੇ ਸਨ। ਜਾਂ ਅਸੀਂ ਕਹਿ ਸਕਦੇ ਹਾਂ ਕਿ ਖਤਮ ਕਰ ਹੀ ਚੁੱਕੇ ਸਨ। ਉਸ ਵੇਲੇ ਦੀ ਭਾਰਤੀ ਹਿੰਦੂ ਜਨਤਾ ਆਪਣੀ ਬੇਬਸੀ ਤੇ ਅਥਰੂ ਕਿਰਨ ਤੋਂ ਸਿਵਾ
ਹੋਰ ਕੁਝ ਕਰ ਸਕਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ ਰਹੀ। ਅਜਿਹੇ ਸਮੇਂ ਵਿੱਚ ਇਸ ਰੂਹ ਦਾ ਧਰਤੀ ਤੇ ਆਗਮਨ ਹੋਇਆ। ਉਸ ਦਾ ਆਗਮਨ ਸੂਰਜ ਦੇ ਸਮਾਨ ਸੀ। ਇਸ ਰੂਹ ਨੇ ਸੱਚਮੁੱਚ ਅਗਲੇ ਸਮਿਆਂ ਵਿੱਚ ਲੋਕਾਂ ਦੇ ਹਨੇਰੇ ਮਨਾਂ ਵਿੱਚ ਚਾਨਣ ਦਾ ਪਸਾਰਾ ਕੀਤਾ। ਉਹਨਾਂ ਨੂੰ ਰਾਹ ਦਿਖਾਈ, ਨਵੀਂ ਰਾਹ ਦਿਖਾਈ। ਮਰ ਚੁੱਕੀ ਗੈਰਤ ਨੂੰ ਜਗਾਉਣ ਦਾ ਯਤਨ ਕੀਤਾ। ਲੋਕਾਂ ਨੂੰ ਪਖੰਡਾਂ ਦੀ ਦਲਦਲ ਵਿੱਚੋਂ ਕੱਢਿਆ, ਕਰਮ ਦਾ ਪਾਠ ਪੜਾਇਆ। ਅਜਿਹੀ ਸ਼ਖਸੀਅਤ ਸਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ। ਤੇ ਹੁਣ ਅਸੀਂ ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਕਰਾਂਗੇ। ਜੀਵਨ। ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਸੁਦੀ 3 1526 ਬਿਕਨ ਭਾਵ 15 ਅਪ੍ਰੈਲ 1469 ਨੂੰ ਰਾਏ ਭੋਏ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ ਵਿੱਚ, ਜਿਸ ਨੂੰ ਅੱਜ ਅਸੀਂ ਨਨਕਾਣਾ ਸਾਹਿਬ ਕਹਿੰਦੇ ਹਾਂ, ਜਿਹੜਾ ਕਿ ਲਾਹੌਰ ਤੋਂ 40 ਕੁ ਮੀਲ ਦੀ ਵਿੱਥ ਤੇ ਹੈ, ਉੱਥੇ ਹੋਇਆ। ਪਿਤਾ ਮਹਿਤਾ ਕਾਲੂ, ਜਿਨ੍ਹਾਂ ਦਾ ਪੂਰਾ ਨਾਮ ਮਹਿਤਾ ਕਲਿਆਣ ਦਾਸ ਸੀ, ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਉਹਨਾਂ ਦੇ ਪਿਤਾ ਨੂੰ ਸਭ ਮਹਿਤਾ ਕਾਲੂ ਦੇ ਨਾਮ ਨਾਲ ਜਾਣਦੇ ਸਨ। ਉਹਨਾਂ ਦੇ ਪਿਤਾ ਪਟਵਾਰੀ ਤੇ ਵੱਡੇ ਜ਼ਮੀਂਦਾਰ ਸੀ। ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਚੌਗਿਰਦੇ ਵਿੱਚ ਉਹਨਾਂ ਦਾ ਚੰਗਾ ਮਾਣ ਸਤਿਕਾਰ ਸੀ। ਘਰ ਵਿੱਚ ਗੁਰੂ ਜੀ ਤੋਂ ਵੱਡੀ ਉਹਨਾਂ ਦੀ ਇੱਕੋ ਇੱਕ ਭੈਣ ਬੇਬੇ ਨਾਨਕੀ ਸੀ। ਆਪ ਜਦ 7 ਸਾਲ ਦੀ ਉਮਰ ਦੇ ਹੋਏ ਤਾਂ ਉਸ ਵੇਲੇ ਪਿਤਾ ਜੀ ਨੇ ਆਪ ਜੀ ਦੀ ਵਿਦਿਆ ਦਾ ਚੰਗਾ ਪ੍ਰਬੰਧ ਕੀਤਾ। 1475 ਵਿੱਚ ਪੰਡਤ ਗੋਪਾਲ ਦਾਸ ਜੀ ਪਾਸ ਆਪ ਜੀ ਨੂੰ ਹਿੰਦੀ ਪੜ੍ਹਨ ਵਾਸਤੇ ਭੇਜਿਆ ਗਿਆ। 1478 ਵਿੱਚ ਬ੍ਰਿਜ ਲਾਲ ਪੰਡਤ ਕੋਲ ਸੰਸਕ੍ਰਿਤ ਦਾ ਗਿਆਨ ਆਪ ਜੀ ਨੇ ਪ੍ਰਾਪਤ ਕੀਤਾ ਤੇ 1482 ਵਿੱਚ ਮੌਲਵੀ ਕੁਤਬੁੱਦੀਨ ਪਾਸ ਆਪ ਜੀ ਨੇ ਫਾਰਸੀ ਪੜ੍ਹੀ। ਗੁਰੂ ਜੀ ਦੀ ਸਮਝ ਛੋਟੀ ਉਮਰ ਦੇ ਵਿੱਚ ਹੀ ਬਹੁਤ ਵੱਡੀ ਸੀ, ਜਿਸ ਸਦਕਾ ਉਹਨਾਂ ਨੂੰ ਅੱਖਰੀ ਗਿਆਨ ਦੀ ਸਿੱਖਿਆ ਦੇਣ ਵਾਲੇ ਜਿਹੜੇ ਉਹਨਾਂ ਦੇ ਗੁਰੂ ਸਨ, ਉਹ ਵੀ ਹੈਰਾਨ ਹੋਏ ਬਿਨਾਂ ਨਹੀਂ ਸਨ ਰਹਿ ਸਕੇ। 1487 ਈਸਵੀ ਵਿੱਚ ਆਪ ਜੀ ਦਾ ਵਿਆਹ ਪਿੰਡ ਪੱਖੋ ਕੇ ਬਟਾਲੇ ਦੇ ਪਟਵਾਰੀ ਬਾਬਾ ਮੂਲਚੰਦ ਜੀ ਦੀ ਧੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਬਾਬਾ ਨਾਨਕ ਜੀ ਦਾ ਧਿਆਨ ਦੁਨੀਆਦਾਰੀ ਕੰਮਾਂ ਵਿੱਚ ਘੱਟ ਹੀ ਲੱਗਦਾ ਸੀ। ਪਿਤਾ ਜੀ ਨੇ ਹਿਸਾਬ ਕਿਤਾਬ ਵੀ ਸਿਖਾਇਆ ਸੀ ਤੇ ਫਿਰ ਕੁਝ ਕਰਨ ਲਈ ਆਪ ਜੀ ਨੂੰ 20 ਰੁਪਏ ਵੀ ਦਿੱਤੇ। ਪਰ ਗੁਰੂ ਜੀ ਨੇ ਤਾਂ ਆਪਣੇ ਸੁਭਾਅ ਮੁਤਾਬਿਕ ਉਹ 20 ਰੁਪਈਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕਰ ਲਿਆ ਸੀ। ਤੇ ਹੋਣਾ ਕੀ ਸੀ, ਪਿਤਾ ਜੀ ਉਹਨਾਂ ਦੇ ਇਸ ਕਾਰਜ ਸਦਕਾ ਨਾਰਾਜ਼ ਰਹਿਣ ਲੱਗ ਪਏ। ਬੇਬੇ ਨਾਨਕੀ ਦਾ ਵਿਆਹ ਪਹਿਲਾਂ ਹੀ ਸੁਲਤਾਨਪੁਰ ਲੋਧੀ ਦੇ ਜੈਰਾਮ ਨਾਲ ਹੋ ਚੁੱਕਾ ਸੀ। ਉਹ ਉੱਥੋਂ ਦੇ ਨਵਾਬ ਦੇ ਕਾਰਖਾਨੇ ਵਿੱਚ ਵੱਡੇ ਅਧਿਕਾਰੀ ਸਨ। ਪਿਤਾ ਮਹਿਤਾ ਕਾਲੂ ਨੇ ਪੁੱਤਰ ਨੂੰ ਭੈਣ ਤੇ ਜੀਜਾ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਸੀ। ਬੀਬੀ ਸੁਲੱਖਣੀ ਸਮੇਤ ਗੁਰੂ ਜੀ ਲੋਧੀ ਰਹਿਣ ਲੱਗੇ। ਇੱਥੇ ਹੀ ਉਹਨਾਂ ਦੇ ਘਰ 2 ਪੁੱਤਰ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਪੈਦਾ ਹੋਏ। ਗੁਰੂ ਜੀ ਨੂੰ ਜੀਜਾ ਜੈਰਾਮ ਜੀ ਨੇ ਨਵਾਬ ਦੇ ਮੋਦੀ ਖਾਨੇ ਵਿੱਚ ਸੌਦਾ ਤੋਲਣ ਵਾਸਤੇ ਲਗਵਾ ਦਿੱਤਾ ਸੀ ਤੇ ਗੁਰੂ ਜੀ ਨੇ ਇਹ ਕੰਮ ਇੱਥੇ 3 ਸਾਲ ਤੱਕ ਕੀਤਾ। ਇੱਥੇ ਰਹਿੰਦਿਆਂ ਗੁਰੂ ਜੀ ਦਾ ਵਾਹ ਬਹੁਤ ਸਾਰੇ ਲੋਕਾਂ ਨਾਲ ਪਿਆ। ਉਹਨਾਂ ਦੀ ਸਮਝ ਤੇ ਜਾਣ ਪਛਾਣ ਦਾ ਘੇਰਾ ਹੋਰ ਵਿਸਤ੍ਰਿਤ ਹੋਇਆ। ਪਰ ਇਸ ਸਭ ਦੇ ਬਾਵਜੂਦ ਭਾਵੇਂ ਉਹ ਕੰਮ ਕਰ ਰਹੇ ਸਨ, ਲੱਗੇ ਹੋਏ ਸਨ, 3 ਸਾਲ ਵੀ ਹੋ ਗਏ ਸੀ ਉਹਨਾਂ ਨੂੰ ਲੱਗਿਆ, ਪਰ ਫਿਰ ਵੀ ਉਹਨਾਂ ਦਾ ਮਨ ਦੁਨੀਆਦਾਰੀ ਕੰਮਾਂ ਵਿੱਚ ਉਸ ਤਰ੍ਹਾਂ ਨਹੀਂ ਸੀ ਲੱਗਦਾ ਜਿਵੇਂ ਆਮ ਲੋਕਾਂ ਦਾ ਲੱਗਦਾ ਹੈ। ਉਹਨਾਂ ਦਾ ਬਚਪਨ ਦਾ ਦੋਸਤ
ਭਾਈ ਮਰਦਾਨਾ ਤਲਵੰਡੀ ਪਿੰਡ ਦੇ ਮਰਾਸੀਆਂ ਦਾ ਪੁੱਤਰ ਸੀ। ਉਸ ਨਾਲ ਉਹਨਾਂ ਦਾ ਚੰਗਾ ਮਨ ਮਿਲਦਾ ਸੀ। ਭਾਈ ਮਰਦਾਨਾ ਬਹੁਤ ਸੋਹਣਾ ਗਾਉਂਦਾ ਸੀ। ਗੁਰੂ ਜੀ ਦੇ ਵਿਆਹ ਪਿੱਛੋਂ ਮਰਦਾਨਾ ਸੁਲਤਾਨਪੁਰ ਲੋਧੀ ਆਇਆ ਤੇ ਇੱਥੇ ਹੀ ਗੁਰੂ ਜੀ ਦੇ ਕੋਲ ਰਹਿ ਪਿਆ। ਗੁਰੂ ਜੀ ਨੇ ਉਸ ਨੂੰ ਰਬਾਬ ਦਿੱਤੀ ਸੀ। ਗੁਰੂ ਜੀ ਦੀ ਸੰਗਤ ਤੇ ਰਬਾਬ ਸਦਕਾ ਮਰਦਾਨਾ ਚੰਗਾ ਕੀਰਤਨੀਆ ਬਣ ਗਿਆ। ਗੁਰੂ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਰ ਚੜੇ ਤੱਕ ਮਰਦਾਨੇ ਨਾਲ ਮਿਲ ਕੇ ਕੀਰਤਨ ਕਰਦੇ ਤੇ ਪਰਮਾਤਮਾ ਦੇ ਨਾਮ ਨਾਲ ਜੁੜਦੇ। ਇੱਕ ਦਿਨ ਸਵੇਰੇ ਸਵੇਰੇ ਇਸ਼ਨਾਨ ਕਰਨ ਗਏ, ਵੇਈ ਨਦੀ ਵਿੱਚ ਅਚਾਨਕ ਗੁਰੂ ਜੀ ਗੁੰਮ ਹੋ ਗਏ ਤੇ 3 ਦਿਨਾਂ ਪਿੱਛੋਂ ਆਪ ਪ੍ਰਗਟ ਹੋਏ। ਜਾਪਦਾ ਹੈ ਕਿ ਇਹੀ ਉਹ ਸਮਾਂ ਸੀ ਕਿ ਜਦੋਂ ਉਹ ਸਭ ਕੁਝ ਛੱਡ ਕੇ ਇਕਾਂਤ ਵਾਸ ਵਿੱਚ ਚਲੇ ਗਏ। ਉੱਥੇ ਉਹਨਾਂ ਨੇ ਆਪਣੇ ਮਨ ਨਾਲ ਬਾਤ ਪਾਈ, ਮਨ ਦੀ ਬਾਤ ਸੁਣੀ। ਇਸ ਵੇਲੇ ਹੀ ਉਹਨਾਂ ਨੂੰ ਆਪਣੇ ਆਪ ਦੀ ਸੋਚੀ ਹੋਈ। ਲੋਕਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਜੋ ਦਰਦ ਸੀ, ਜੋ ਬੇਚੈਨੀ ਉਹ ਹਰ ਵੇਲੇ ਮਹਿਸੂਸ ਕਰਦੇ ਸਨ, ਉਸ ਬਾਰੇ ਉਹਨਾਂ ਨੇ ਆਪਣੇ ਆਪ ਨਾਲ ਹੁਣ ਫੈਸਲਾ ਲੈ ਲਿਆ ਸੀ। ਇਸ ਵੇਲੇ ਹੀ ਉਹਨਾਂ ਦੇ ਮੂੰਹੋਂ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਿਕਲਿਆ, ਭਾਵ ਕਿ ਉਹਨਾਂ ਨੂੰ ਸਮਝ ਆ ਗਈ ਸੀ ਕਿ ਸਾਰੇ ਮਨੁੱਖ ਇੱਕੋ ਜਿਹੇ ਹਨ, ਇਹਨਾਂ ਵਿੱਚ ਕੋਈ ਫਰਕ ਨਹੀਂ, ਸਭ ਉਸ ਪਰਮਾਤਮਾ ਦੀ ਔਲਾਦ ਹਨ। ਇਹਨਾਂ ਵਿੱਚ ਕੋਈ ਫਰਕ ਨਹੀਂ, ਸਭ ਉਸ ਪਰਮਾਤਮਾ ਦੀ ਔਲਾਦ ਹਨ। ਇਹ ਫਰਕ ਵਿਤਕ੍ਰੇਤਾ ਮਜ਼ਹਬੀ ਜਨੂਨੀਆਂ ਦੇ ਪੈਦਾ ਕੀਤੇ ਹੋਏ ਹਨ। ਉਹ ਮਨੁੱਖ ਨਾਲ ਮਨੁੱਖ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਪਰ ਆਮ ਲੋਕਾਂ ਨੂੰ ਇਹ ਗੱਲ ਹੁਣ ਗੁਰੂ ਜੀ ਨੂੰ ਜਾਪਿਆ ਕਿ ਸਮਝਾਉਣ ਦੀ ਲੋੜ ਸੀ। ਗੁਰੂ ਜੀ ਕਿੰਨੇ ਗਿਆਨੀ, ਵਿਦਵਾਨ ਪੁਰਖ, ਵੱਡੀ ਸੋਚ ਦੇ ਮਾਲਕ ਸਨ। ਆਪਣੀ ਇਸ ਵੱਡੀ ਸੋਚ ਸਦਕਾ ਉਹਨਾਂ ਨੇ ਉਹ ਮੀਲ ਪੱਥਰ ਕਾਇਮ ਕੀਤੇ ਜਿਹੜੇ ਅੱਜ ਵੀ ਰਹਿਨੁਮਾਈ ਕਰਦੇ ਹਨ, ਕਰਨ ਦੇ ਯੋਗ ਹਨ। ਪਰ ਇਹ ਤਾਂ ਲੋਕਾਂ ਤੇ ਨਿਰਭਰ ਕਰਦਾ ਹੈ ਕਿ ਉਹ ਕੀ ਸਿੱਖਦੇ ਹਨ, ਕੀ ਸਮਝਦੇ ਹਨ। ਅੱਜ ਵੀ ਹਾਲਾਤ ਸੋਚਣ ਲਈ ਮਜਬੂਰ ਕਰ ਰਹੇ ਹਨ। ਕਹਿਣ ਨੂੰ ਅਸੀਂ ਬਹੁਤ ਤਰੱਕੀ ਕਰ ਗਏ ਹਾਂ, ਮੰਗਲ ਦੇ ਘਰ ਵਸਾਉਣ ਦੀਆਂ ਚਤਰਾਈਆਂ ਕੀਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਹਰ ਵੇਲੇ ਅਸੀਂ ਧਰਮਾਂ, ਮਜ਼ਹਬਾਂ ਤੇ ਤੰਗ ਦਿਲਾਂ ਦੀਆਂ ਉਹ ਗੱਲਾਂ ਕਰ ਰਹੇ ਹਾਂ ਜੋ ਪਤਾ ਨਹੀਂ ਕਿੰਨੇ ਕੁ ਜੀਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੀਆਂ ਹਨ। ਖੈਰ, ਅਸੀਂ ਗੱਲ ਕਰ ਰਹੇ ਸੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ। ਹੁਣ ਅਸੀਂ ਅੱਗੇ ਵਧਦੇ ਹਾਂ ਤੇ ਉਹਨਾਂ ਦੀ ਰਚਨਾ ਤੇ ਰਚਨਾ ਦ੍ਰਿਸ਼ਟੀ ਬਾਰੇ ਗੱਲ ਕਰਾਂਗੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਪੰਜਾਬੀ ਸਾਹਿਤ ਵਿੱਚ ਬਹੁਤ ਉੱਚਾ ਸਥਾਨ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਆਪ ਜੀ ਦੀ ਬਾਣੀ ਸਭ ਤੋਂ ਵਧੇਰੇ ਹੈ। ਆਪ ਨੇ ਪਹਿਲੀ ਵਾਰੀ ਗਿਣਾਤਮਕ ਪੱਖੋਂ ਹੀ ਬਹੁਤੀ ਰਚਨਾ ਨਹੀਂ ਸੀ ਕੀਤੀ, ਸਗੋਂ ਗੁਣਾਤਮਕ ਪੱਖੋਂ ਵੀ ਆਪ ਜੀ ਦੀ ਰਚਨਾ ਦਾ ਕੋਈ ਸਾਨੀ ਨਹੀਂ ਸੀ। ਆਪ ਜੀ ਦੀਆਂ ਪ੍ਰਸਿੱਧ ਰਚਨਾਵਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ: ਜਪਜੀ, ਪੱਟੀ, ਸਿੱਧਗੋਸ਼ਟ, ਦੱਖਣੀ ਓਂਕਾਰ, 12 ਮਾਹਾ ਤੁਖਾਰੀ, ਬਾਬਰ ਬਾਣੀ, 3 ਵਾਰਾ, ਰਾਗ ਆਸਾ, ਮਾਝ ਤੇ ਮਲਾਰ। ਇਹਨਾਂ ਲੰਮੀਆਂ ਬਾਣੀਆਂ ਤੋਂ ਇਲਾਵਾ ਵੀ ਗੁਰੂ ਜੀ ਨੇ 2 ਪਦੀ, 3 ਪਦੀ, 4 ਪਦੀ, 5 ਪਦੀ, 6 ਪਦੀ ਅਤੇ 8 ਪਦੀਆਂ, ਸੁਰਲੇ ਤੇ ਪਹਿਰੇ ਆਦਿ ਲਿਖੇ ਹਨ। ਜਪਜੀ ਸਾਹਿਬ ਗੁਰੂ ਜੀ ਦੀਆਂ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਇਹ ਸੁਸ਼ੋਭਿਤ ਹੈ। ਜਪਜੀ ਤੋਂ ਪਹਿਲਾਂ ਮੂਲ ਮੰਤਰ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭੰ ਗੁਰ ਪ੍ਰਸਾਦਿ ਆਉਂਦਾ ਹੈ। ਇਸ ਮੂਲ ਮੰਤਰ ਵਿੱਚ ਗੁਰਮਤਿ ਦਾ ਸਾਰ ਹੈ।
ਜਪਜੀ ਗੁਰਸਿੱਖਾਂ ਦੇ ਨਿਤਨੇਮ ਦੀ ਮੁੱਖ ਬਾਣੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਆਸਾ ਦੀ ਵਾਰ ਬਾਰੇ। ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਵਾਰਾਂ ਵਿੱਚੋਂ ਆਸਾ ਦੀ ਵਾਰ ਨੂੰ ਸਭ ਤੋਂ ਵਧੇਰੇ ਪ੍ਰਸਿੱਧੀ ਪ੍ਰਾਪਤ ਹੈ। ਮਨੁੱਖੀ ਜੀਵਨ ਦੇ ਧਾਰਮਿਕ, ਰਾਜਸੀ, ਸਮਾਜਿਕ ਤੇ ਆਰਥਿਕ ਪੱਖਾਂ ਉੱਤੇ ਜਿੰਨਾ ਬਿਆਨ ਇਸ ਵਾਰ ਵਿੱਚ ਕੀਤਾ ਗਿਆ ਹੈ ਉਹਨਾਂ ਹੋਰ ਕਿਸੇ ਵਿੱਚ ਨਹੀਂ। ਇਹ ਵਾਰ ਅੰਮ੍ਰਿਤ ਵੇਲੇ ਗਾਈ ਜਾਂਦੀ ਹੈ। ਮਾਝ ਦੀ ਵਾਰ ਇਹ ਵੀ ਸਮਕਾਲੀ ਜੀਵਨ ਦਾ ਦ੍ਰਿਸ਼ ਪੇਸ਼ ਕਰਦੀ ਹੈ, ਪਰ ਇਸ ਵਿੱਚ ਗੁਰਮਤ ਦੇ ਉਨੇ ਅਸੂਲਾਂ ਨੂੰ ਨਹੀਂ ਛੂਹਿਆ ਗਿਆ ਜਿੰਨੇ ਆਸਾ ਦੀ ਵਾਰ ਵਿੱਚ ਛੂਹੇ ਗਏ ਹਨ। ਪਰ ਇਸ ਵਿੱਚ ਜੈਨੀਆਂ ਤੇ ਮੁਸਲਮਾਨਾਂ ਦੇ ਕਰਮ ਕਾਂਡਾਂ ਦਾ ਖੰਡਨ ਕੀਤਾ ਗਿਆ ਹੈ। ਅੱਗੇ ਗੱਲ ਕਰਨੇ ਹਾਂ ਮਲਾਰ ਦੀ ਵਾਰ। ਇਹ ਮਲਾਰ ਰਾਗ ਵਿੱਚ ਉਚਾਰੀ ਗਈ ਹੈ। ਇਸ ਵਿੱਚ ਬਰਖਾ ਰੁੱਤ ਦਾ ਬਹੁਤ ਸੁੰਦਰ ਚਿੱਤਰ ਪ੍ਰਗਟਾਇਆ ਗਿਆ ਹੈ। ਬਿਰਹਾ, ਵਿਯੋਗ, ਵਿਛੋੜਾ, ਦਰਸ਼ਨ, ਕੋਇਲ ਦੀ ਆਵਾਜ਼, ਬਬੀਹੇ ਦੀ ਕੂਕ, ਬਦਲਾਂ ਦਾ ਛਾਣਾ, ਬਿਜਲੀ ਦੀ ਚਮਕ ਦਮਕ, ਠੰਡੀ ਹਵਾ ਦਾ ਚੱਲਣਾ ਆਦਿ ਖੂਬਸੂਰਤ ਦ੍ਰਿਸ਼ ਜਿਹੜੇ ਨੇ ਇਹਦੇ ਵਿੱਚ ਬੜੀ ਹੀ ਖੂਬਸੂਰਤੀ ਨਾਲ ਬਿਆਨ ਹੋਏ ਹਨ। ਅਗਲੀ ਰਚਨਾ ਦੱਖਣੀ ਓਂਕਾਰ। ਮੰਨਿਆ ਜਾਂਦਾ ਹੈ ਕਿ ਇਹ ਬਾਣੀ ਗੁਰੂ ਜੀ ਨੇ ਦੱਖਣ ਦੇਸ਼ ਵਿੱਚ ਉਚਾਰੀ। ਇਹ ਰਚਨਾ 52 ਅੱਖਰਾਂ ਦੇ ਆਧਾਰ ਤੇ ਲਿਖੀ ਗਈ 52 ਅੱਖਰੀ ਹੈ। ਇਸ ਬਾਣੀ ਵਿੱਚ ਨਿਰੰਕਾਰ ਪਰਮਾਤਮਾ ਬਾਰੇ ਗੱਲ ਕੀਤੀ ਗਈ ਹੈ। ਗੁਰੂ ਜੀ ਨੇ ਦੇਸ਼ ਪ੍ਰਦੇਸ਼ਾਂ ਵਿੱਚ ਫਿਰ ਕੇ ਵੱਖ-ਵੱਖ ਮਜ਼ਹਬਾਂ ਦੇ ਧਰਮ ਅਸਥਾਨਾਂ ਤੇ ਜਾ ਕੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਚਾਰੇ ਦਿਸ਼ਾਵਾਂ ਵਿੱਚ ਹਜ਼ਾਰਾਂ ਕਿਲੋਮੀਟਰ ਲੰਮੀਆਂ ਯਾਤਰਾਵਾਂ ਕੀਤੀਆਂ। ਇਹਨਾਂ ਨੂੰ ਉਹਨਾਂ ਦੀਆਂ 4 ਉਦਾਸੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭਾਈ ਗੁਰਦਾਸ ਜੀ ਦੇ ਕਥਨ ਚੜਿਆ ਸੋਧਨ ਧਰਤ ਲੁਕਾਈ ਦੇ ਅਨੁਸਾਰ ਆਪ ਜੀ ਨੇ ਮਨੁੱਖੀ ਜੀਆਂ ਨੂੰ ਜੀਵਨ ਤੱਤ ਸਮਝਾਉਣ ਦਾ ਬੀੜਾ ਚੁੱਕਿਆ। ਅਨੇਕਾਂ ਪੀਰਾਂ, ਫਕੀਰਾਂ, ਜੋਗੀਆਂ, ਜਤੀਆਂ, ਸਤੀਆਂ, ਸੰਤਾਂ, ਸਾਧਾਂ, ਪੰਡਤਾਂ, ਮੁਲਾਣਿਆਂ, ਕਾਜ਼ੀਆਂ ਨਾਲ ਗੁਰੂ ਜੀ ਦੀ ਗੱਲਬਾਤ ਹੋਈ। ਉਹਨਾਂ ਦੀ ਸੁਣੀ ਤੇ ਆਪਣੀ ਸਪਸ਼ਟ ਬਿਨਾਂ ਕਿਸੇ ਡਰ ਦੇ ਬਿਆਨ ਕੀਤੀ। ਨਾਨਕ ਕੁਝ ਸੁਣੀਏ ਕੁਝ ਕਹੀਏ ਤੇ ਅਮਲ ਕੀਤਾ। ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀ ਮਹਿਮਾ ਸਮਝਾਈ। ਏਕ ਪਿਤਾ ਏਕਸ ਕੇ ਹਮ ਭਾਰਤ ਦਾ ਵਿਚਾਰ ਰੱਖਿਆ। ਪਖੰਡਾਂ ਦੇ ਦਿਖਾਵੇ ਤੋਂ ਦੂਰ ਸਾਦਾ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। ਬਾਬਰ ਬਾਣੀ ਜਿਹੀ ਰਚਨਾ ਨਾਲ ਜ਼ਾਲਮ ਜਰਵਾਣਿਆਂ ਨੂੰ ਖੁੱਲ ਕੇ ਲਲਕਾਰਿਆ। ਬਾਬਰ ਦੀ ਕੈਦ ਵੀ ਕੱਟੀ, ਪਰ ਗੁਰੂ ਜੀ ਆਪਣੇ ਸੱਚ ਤੇ ਹਮੇਸ਼ਾ ਕਾਇਮ ਰਹੇ। ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਨੇ ਹਰ ਤਬਕੇ ਦੇ ਮਨੁੱਖ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਆਪ ਜੀ ਦੀਆਂ ਰਚਨਾਵਾਂ ਵਿੱਚ ਅਨੇਕਾਂ ਬੋਲੀਆਂ ਦੇ ਸ਼ਬਦ ਮਿਲਦੇ ਹਨ। ਗੁਰੂ ਜੀ ਜਿੱਥੇ ਵੀ ਜਾਂਦੇ ਸਨ ਉਸੇ ਮੁਹਾਂਦਰੇ ਵਿੱਚ ਹੀ ਉਹ ਗੱਲ ਕਰਨ ਦਾ ਯਤਨ ਕਰਦੇ ਸਨ। ਲੋਕ ਬੋਲੀ ਵਰਤਨ ਸਦਕਾ ਹੀ ਉਹ ਲੋਕਾਂ ਦੇ ਦਿਲਾਂ ਤੱਕ ਪਹੁੰਚ ਸਕੇ। ਜਦੋਂ ਲੋਕਾਂ ਦੀ ਬੋਲੀ ਵਿੱਚ ਗੱਲ ਕੀਤੀ ਜਾਂਦੀ ਹੈ ਤੇ ਉਹ ਗੱਲ ਲੋਕਾਂ ਨੂੰ ਬੜੀ ਸੌਖੀ ਤਰ੍ਹਾਂ ਸਮਝ ਆਉਂਦੀ ਹੈ। ਸ਼ਾਇਦ ਗੁਰੂ ਜੀ ਦੀ ਗੱਲ ਇਸੇ ਕਰਕੇ ਹੀ ਲੋਕਾਂ ਤੱਕ ਵਧੇਰੇ ਪਹੁੰਚ ਸਕੇ ਸੀ। ਉਹਨਾਂ ਦਾ ਸ਼ਬਦ ਭੰਡਾਰ ਸੰਸਕ੍ਰਿਤ, ਅਰਬੀ, ਫਾਰਸੀ, ਪ੍ਰਾਕ੍ਰਿਤ, ਅਪਭ੍ਰੰਸ਼, ਲਹਿੰਦੀ ਆਦਿ ਨਾਲ ਵੀ ਭਰਪੂਰ ਸੀ। ਗੁਰੂ ਨਾਨਕ ਦੇਵ ਜੀ ਦੀ ਰਚਨਾ ਛੰਦਬੱਧ ਅਤੇ ਸੰਗੀਤਬੱਧ ਹੈ। ਉਹਨਾਂ ਨੇ 19 ਰਾਗਾਂ ਵਿੱਚ ਆਪਣੀ ਬਾਣੀ ਦੀ ਰਚਨਾ ਕੀਤੀ ਸੀ। ਚੌਪਈ, ਦੋਹਰਾ, ਦਵਈਆ, ਮਾਤਰਕ, ਛੰਦ ਉਹਨਾਂ ਨੇ ਆਪਣੀ ਰਚਨਾ ਵਿੱਚ ਆਮ ਵਰਤੇ। ਗੁਰੂ ਜੀ ਨੇ ਵਾਰਾਂ, ਛੰਦ, ਸ਼ਲੋਕ, ਬਾਰਾਮਾਂ, ਵਣਜਾਰੇ, ਘੋੜੀਆਂ, ਰੁੱਤੇ, ਥਿੱਤੀ, ਪੈਰੇ, ਆਰਤੀ, 52 ਅੱਖਰੀ, 7 ਵਾਰਾਂ, ਸੁਰਲੇ ਆਦਿ ਅਨੇਕ ਕਾਵਿ ਰੂਪਾਂ ਦੀ ਵਰਤੋਂ ਕੀਤੀ। ਉਹਨਾਂ ਨੇ ਬਾਣੀ ਵਿੱਚ ਵੰਨ ਸਵੰਨੀ ਬਿੰਬਾਵਲੀ ਵਰਤੀ। ਇਹਨਾਂ ਸਭ ਤੱਤਾਂ ਨੇ ਆਪ ਜੀ ਦੀ ਬਾਣੀ ਨੂੰ ਬਹੁਤ ਹਰਮਨ ਪਿਆਰਾ ਬਣਾ ਦਿੱਤਾ।
ਇਸ ਪਿੱਛੋਂ ਅਸੀਂ ਆਉਂਦੇ ਹਾਂ ਪੰਜਾਬੀ ਸਾਹਿਤ ਵਿੱਚ ਗੁਰੂ ਨਾਨਕ ਦੇਵ ਜੀ ਦਾ ਬਣਦਾ ਸਥਾਨ। ਗੁਰੂ ਨਾਨਕ ਦੇਵ ਜੀ ਇੱਕ ਅਜਿਹੀ ਸ਼ਖਸੀਅਤ ਦੇ ਸਵਾਮੀ ਹਨ ਜੋ ਦੀਨ ਦੁਨੀ ਦਾ ਮਾਲਕ ਹੈ, ਸਿੱਖ ਧਰਮ ਦਾ ਮੋਢੀ ਹੈ, ਧਰਮ ਦਾ, ਮਾਨਵਤਾ ਦਾ ਵੱਡਾ ਪ੍ਰਚਾਰਕ, ਪੀਰਾਂ ਦੇ ਪੀਰ, ਨਿਤਾਣਿਆਂ ਦੇ ਤਾਣ, ਨਿਮਾਣਿਆਂ ਦੇ ਮਾਣ ਦੇ ਰੂਪ ਵਿੱਚ ਸਦੀਆਂ ਤੋਂ ਉਹ ਸੰਸਾਰ ਨੂੰ ਸੇਧ ਦੇ ਰਹੇ ਹਨ। ਪੰਜਾਬੀ ਸਾਹਿਤ, ਜੀਵਨ ਤੇ ਹਰ ਮਨੁੱਖੀ ਮਨ ਤੇ ਉਹਨਾਂ ਦਾ ਗਹਿਰਾ ਪ੍ਰਭਾਵ ਹੈ। ਇਹ ਪ੍ਰਭਾਵ ਇੰਨਾ ਗੂੜਾ ਪਿਆ ਹੈ ਕਿ ਜੋ ਸਦੀਆਂ ਤੱਕ ਅਮਿੱਟ ਹੈ। ਪੰਜਾਬੀ ਦਾ ਇਹ ਕਲਾਸੀਕਲ ਕਵੀ ਇੰਨਾ ਮਹਾਨ ਹੈ ਜਿੰਨਾ ਅੱਜ ਤੱਕ ਹੋਰ ਕੋਈ ਕਵੀ ਨਹੀਂ ਹੋ ਸਕਿਆ। ਉਹਨਾਂ ਦੀਆਂ ਰਚੀਆਂ ਤੁਕਾਂ ਮਨ ਜੀਤੇ ਜਗ ਜੀਤ, ਨਾਨਕ ਦੁਖੀਆ ਸਭ ਸੰਸਾਰ, ਥੋੜੇ ਥੋੜੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿੰਨੀਆਂ ਵੱਡੀਆਂ ਸਿੱਖਿਆਵਾਂ ਦਿੱਤੀਆਂ ਨੇ, ਸਾਨੂੰ ਇਹਦੇ ਵਿੱਚ ਨਜ਼ਰ ਆਉਂਦੀਆਂ ਨੇ। ਹੱਕ ਬਰਾਇਆ ਨਾਨਕਾ ਉਸ ਸੁਰ ਉਸ ਗਾਏ, ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਦਇਆ ਕਪਾ ਸੰਤੋਖ ਸੂਤ, ਜਤ ਕੰਡ ਸਤ ਵੰਡ, ਅਨੇਕਾਂ ਅਣਗਿਣਤ ਤੁਕਾਂ ਅੱਜ ਵੀ ਉਨਾ ਹੀ ਪ੍ਰਭਾਵ ਰੱਖਦੀਆਂ ਹਨ ਜਿੰਨਾ ਜਦੋਂ ਇਹ ਰਚੀਆਂ ਗਈਆਂ ਸਨ। ਗੁਰੂ ਜੀ ਦੀ ਬਾਣੀ ਦਾ ਸ਼ੈਲੀ ਤੇ ਵਿਸ਼ੇ ਦੇ ਪੱਖ ਤੋਂ ਆਪਣੇ ਤੋਂ ਮਗਰਲੇ ਕਵੀਆਂ ਦੀਆਂ ਰਚਨਾਵਾਂ ਤੇ ਗਹਿਰਾ ਪ੍ਰਭਾਵ ਹੈ। ਇਹ ਸਿੱਖ ਗੁਰੂਆਂ ਤੋਂ ਹੁੰਦਾ ਹੋਇਆ ਸੂਫੀ ਕਵੀਆਂ ਤੇ ਫਿਰ ਰੋਮਾਂਟਿਕ ਕਿੱਸਾ ਕਵੀਆਂ ਤੱਕ ਜਾ ਪਹੁੰਚਦਾ ਹੈ। ਗੁਰੂ ਜੀ ਦੀ ਰਚਨਾ ਪੰਜਾਬੀ ਸਾਹਿਤ ਵਿੱਚ ਉਹ ਥਾਂ ਰੱਖਦੀ ਹੈ ਜਿਸ ਤੱਕ ਸ਼ਾਇਦ ਅੱਗੇ ਕੋਈ ਨਾ ਪਹੁੰਚ ਸਕੇ। ਕਿਉਂ? ਕਿਉਂਕਿ ਗੁਰੂ ਜੀ ਨੇ ਸਤ ਕੀ ਬਾਣੀ ਨਾਨਕ ਆਖੇ, ਸਤ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੀ ਸੱਚ ਕੀ ਵੇਲਾ। ਤੇ ਹੁਣ ਅਸੀਂ ਕੁਝ ਵਸਤੂਨਿष्ठ ਪ੍ਰਸ਼ਨਾਂ ਬਾਰੇ ਗੱਲ ਕਰਾਂਗੇ। ਕੁਝ ਕੁ ਪ੍ਰਸ਼ਨ ਪੇਪਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਸਿੱਖ ਧਰਮ ਦੀ ਨੀਂਹ ਕਿਸ ਨੇ ਰੱਖੀ ਸੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਗੁਰੂ ਨਾਨਕ ਦੇਵ ਜੀ ਦੇ ਸਹੁਰੇ ਦਾ ਕੀ ਨਾਂ ਸੀ? ਭਾਈ ਮੂਲ ਚੰਦ ਜੀ। ਮੂਲ ਚੰਦ ਜੀ ਕਿੱਥੋਂ ਦੇ ਰਹਿਣ ਵਾਲੇ ਸਨ? ਬਟਾਲੇ ਦੇ। ਗੁਰੂ ਜੀ ਦੇ ਜੀਜਾ ਜੀ ਦਾ ਕੀ ਨਾਮ ਸੀ? ਭਾਈ ਜੈ ਰਾਮ ਜੀ। ਗੁਰੂ ਜੀ ਆਪਣੇ ਜੀਜਾ ਜੀ ਕੋਲ ਕਿਸ ਸਥਾਨ ਤੇ ਗਏ? ਸੁਲਤਾਨਪੁਰ ਲੋਧੀ ਵਿਖੇ। ਗੁਰੂ ਨਾਨਕ ਦੇਵ ਜੀ ਕਿੱਥੋਂ ਦੇ ਨਵਾਬ ਦੇ ਮੋਢੀ ਬਣੇ? ਸੁਲਤਾਨਪੁਰ ਲੋਧੀ ਦੇ। ਸੁਲਤਾਨਪੁਰ ਦੇ ਨਵਾਬ ਦਾ ਕੀ ਨਾਂ ਸੀ? ਨਵਾਬ ਦੌਲਤ ਖਾਂ। ਭਾਈ ਲਾਲੋ ਕਿੱਥੋਂ ਦਾ ਰਹਿਣ ਵਾਲਾ ਸੀ? ਐਮਨਾਬਾਦ ਦਾ। ਐਮਨਾਬਾਦ ਦਾ ਭਾਈ ਲਾਲੋ ਕੀ ਕੰਮ ਕਰਦਾ ਸੀ? ਤਰਖਾਣ ਦਾ। ਐਮਨਾਬਾਦ ਦੇ ਹਾਕਮ ਦੇ ਅਹਿਲਕਾਰ ਦਾ ਕੀ ਨਾਮ ਸੀ? ਮਲਕ ਭਾਗੋ। ਗੁਰੂ ਨਾਨਕ ਦੇਵ ਜੀ ਨੂੰ ਬ੍ਰਹਮਪੋਸ਼ ਦਾ ਸੱਦਾ ਦਿੱਤਾ ਗਿਆ ਸੀ। ਇਹ ਸੱਦਾ ਕਿਸਨੇ ਦਿੱਤਾ ਸੀ? ਮਲਕ ਭਾਗੋ ਨੇ। ਮਲਕ ਭਾਗੋ ਨੇ। ਗੁਰੂ ਜੀ ਨੇ ਕਿਸ ਨੂੰ ਨਫ਼ਰਤ ਕਰਨ ਲਈ ਕਿਹਾ? ਗੁਰੂ ਜੀ ਨੇ ਭੈੜੇ ਕੰਮਾਂ ਤੋਂ ਨਫ਼ਰਤ ਕਰਨ ਲਈ ਕਿਹਾ। ਤੇ ਕਿਸ ਤੋਂ ਨਫ਼ਰਤ ਨਾ ਕੀਤੀ ਜਾਏ? ਕਿਸੇ ਵੀ ਬੰਦੇ ਤੋਂ ਨਫ਼ਰਤ ਨਾ ਕੀਤੀ ਜਾਏ, ਕਿਉਂਕਿ ਸਾਰੇ ਜਨ ਉਸ ਪਰਮਾਤਮਾ ਦੀ ਔਲਾਦ ਹਨ। ਗੁਰੂ ਜੀ ਦੀ ਬਾਣੀ ਦੇ 3 ਮੁੱਖ ਉਪਦੇਸ਼: ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਗੁਰੂ ਨਾਨਕ ਦੇਵ ਜੀ ਦੀ ਬਾਣੀ 19 ਰਾਗਾਂ ਵਿੱਚ
ਦਰਜ ਹੈ। ਮੂਲ ਮੰਤਰ ਵਿੱਚ ਕੀ ਦੱਸਿਆ ਗਿਆ ਹੈ? ਪਰਮਾਤਮਾ ਦੇ ਸਰੂਪ ਬਾਰੇ। ਜਪਜੀ ਸਾਹਿਬ ਬਾਣੀ ਦਾ ਪਾਠ ਸਿੱਖ ਰਹਿਤ ਮਰਿਆਦਾ ਅਨੁਸਾਰ ਕਿਸ ਵੇਲੇ ਕੀਤਾ ਜਾਂਦਾ ਹੈ? ਅੰਮ੍ਰਿਤ ਵੇਲੇ। ਸੋਹਲਾ ਬਾਣੀ ਵਿੱਚ ਕੁੱਲ ਕਿੰਨੇ ਸ਼ਬਦ ਹਨ? 5। ਗੁਰੂ ਗ੍ਰੰਥ ਸਾਹਿਬ ਵਿੱਚ ਉਹ ਬਾਣੀ ਜਿਹੜੀ ਰਾਗਬੱਧ ਨਹੀਂ ਹੈ, ਉਹ ਕਿਹੜੀ ਬਾਣੀ ਹੈ? ਜਪਜੀ ਸਾਹਿਬ। ਗੁਰੂ ਗ੍ਰੰਥ ਸਾਹਿਬ ਦਾ ਸਾਰ ਤੱਤ ਕਿਹੜੀ ਬਾਣੀ ਵਿੱਚ ਹੈ? ਜਪਜੀ ਸਾਹਿਬ ਵਿੱਚ। ਗੁਰੂ ਨਾਨਕ ਦੇਵ ਜੀ ਨੇ 12 ਮਾਹ ਦੀ ਰਚਨਾ ਕਿਹੜੇ ਰਾਗ ਵਿੱਚ ਕੀਤੀ? ਰਾਗ ਤੁਖਾਰ ਵਿੱਚ। ਉਹਨਾਂ ਦੀ ਕਿਹੜੀ ਬਾਣੀ ਵਿੱਚ ਇਤਿਹਾਸਕ ਤੱਤ ਮਿਲਦੇ ਹਨ? ਬਾਬਰ ਬਾਣੀ ਵਿੱਚ। ਗੁਰਮੁਖੀ ਲਿਪੀ ਦੀ ਵਰਣਮਾਲਾ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਕੀਤਾ ਹੈ? ਪੱਟੀ ਵਿੱਚ। ਤੇ ਗੁਰੂ ਜੀ ਜੋਤੀ ਜੋਤ ਕਦੋਂ ਤੇ ਕਿੱਥੇ ਸਮਾਏ? ਗੁਰੂ ਨਾਨਕ ਦੇਵ ਜੀ 1539 ਈਸਵੀ ਵਿੱਚ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ। ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਬਣੇ? ਸ਼੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਉੱਤਰਾਧਿਕਾਰੀ ਬਣੇ। ਇਹ ਕੁਝ ਵਸਤੂਨਿਸ਼ਟ ਪ੍ਰਸ਼ਨ ਸਨ। ਇਹ ਵਿਸ਼ਾ ਜਿਹੜਾ ਹੈ ਬਹੁਤ ਵਿਸ਼ਾਲਮਈ ਹੈ, ਪਰ ਸਮੇਂ ਦੀ ਸੀਮਾ ਨੂੰ ਦੇਖਦਿਆਂ ਹੋਇਆਂ ਸਾਨੂੰ ਆਪਣੀ ਗੱਲ ਇੱਥੇ ਹੀ ਸਮੇਟਣੀ ਹੋਏਗੀ। ਇੱਕ ਦੋ ਪੰਕਤੀਆਂ ਤੁਹਾਡੀ ਸਭ ਦੀ ਨਜ਼ਰ। ਇੱਕ ਅਨੋਖੀ ਹੀ ਕਸ਼ਿਸ਼ ਹੈ, ਇੱਕ ਅਨੋਖੀ ਹੀ ਕਸ਼ਿਸ਼ ਹੈ ਉਸ ਦੇ ਦੀਦਾਰ ਵਿੱਚ। ਐਵੇਂ ਤਾਨੀ ਸਿਰ ਚੁੱਕਦੇ, ਐਵੇਂ ਤਾਨੀ ਸਿਰ ਚੁੱਕਦੇ ਉਸ ਦੇ ਦਰਬਾਰ ਵਿੱਚ, ਉਸ ਦੇ ਦਰਬਾਰ ਵਿੱਚ। ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਸਭ ਤੋਂ ਇਜਾਜ਼ਤ ਲੈਂਦੀ ਹਾਂ। ਧੰਨਵਾਦ।